ਲੋਕਤੰਤਰ ਨੂੰ ਇਸ ਤਰੀਕੇ ਨਾਲ ਗਲਾ ਘੋਟ ਕੇ ਮਾਰ ਦਿੱਤਾ ਜਾਵੇ, ਇਹ ਮੋਦੀ ਤੇ ਯੋਗੀ ਦੇ ਹਿੱਸੇ ਆਉਂਦਾ। ਲਖੀਮਪੁਰ ਖੇੜੀ ਜਿਹੜੇ ਤੁਹਾਡੇ ਆਗੂ ਜਾ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਤੁਸੀਂ ਕੀਤਾ ਸੀਗਾ ਕਿ ਗਵਰਨਰ ਹਾਊਸ ਜਾਓਗੇ ਤਾਂ ਤੁਹਾਨੂੰ ਇੱਥੇ ਵੀ ਨਹੀਂ ਜਾਣ ਦਿੱਤਾ ਗਿਆ। ਕੱਲ ਨੂੰ ਕੋਈ ਹੋਰ ਆ ਕੇ ਕਹੂਗਾ ਕਿ ਜੀ ਇਸ ਮੰਤਰੀ ਨੇ ਜਾਂ ਇਸ ਮੰਤਰੀ ਦੇ ਮੁੰਡੇ ਨੇ ਮੇਰੇ ਬੱਚੇ ਨੂੰ ਮਾਰਿਆ, ਮੈਂ ਇੰਨੇ ਪੈਸੇ ਦਿੰਨਾ ਤੇ ਤੁਸੀਂ ਮੈਨੂੰ ਇਹਨੂੰ ਮੰਤਰੀ ਨੂੰ ਜਾਂ ਇਹਦੇ ਮੁੰਡੇ ਨੂੰ ਮਾਰਨ ਦੀ ਇਜਾਜ਼ਤ ਦੇ ਦਿਓ। ਕਿ ਇਸ ਪਾਸੇ ਵੱਲ ਦੇਸ਼ ਜਾ ਰਿਹਾ ਹੈ। नरेंद्र मोदी कल उत्थे जाते हैं लखनऊ और कुछ किलोमीटर दूर सीगा 100 किलोमीटर दूरी ते सीगा लखीमपुर खेड़ी। फर्ज नहीं बनता सीगा कि एक प्रधानमंत्री होने के नाते उत्थे पहुँच जाए ते जिस तरीके नाल पहुँच की जा रही है होर आगुओं वालों कि एडा इनसैंसिटिव एडा इनह्यूमन प्रधानमंत्री शायद 75 सालों के विच मुल्क ने देखा नहीं होगा। जिहे जिहे प्रधानमंत्री आए ने गल तां करते हैं आम आदमी की, गल तां करते हैं चाय वाले की, गल तां करते हैं आपदे निमन बैकग्राउंड की, पर हद तो इस गल की है कि सरकार ते सरकार के नुमाइंदे वो कहते हैं भी असीं तां सुनना भी नहीं है। ये कित्थों तक की जायज़ गल है, पर कोई गल नहीं। चलो वो कहते हैं भी पाप का घड़ा किते ना किते भरी जाता हुंदा, इन्हां दे पापां दा घड़ा भरने विच बहुत लंबा समा रह नहीं गया। सो अमन अरोड़ा इस वक्त मौजूद ने। अरोड़ा साहब, इस वक्त जी जदोजहद की जा रही सी, इंसाफ की मांग कर रही हो। कल असीं वेख्या सीगा लखीमपुर खेड़ी ਜਿਹੜੇ ਤੁਹਾਡੇ ਆਗੂ ਜਾ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਤੁਸੀਂ ਕੀਤਾ ਸੀਗਾ ਕਿ ਗਵਰਨਰ ਹਾਊਸ ਜਾਓਗੇ ਤਾਂ ਤੁਹਾਨੂੰ ਇੱਥੇ ਵੀ ਨਹੀਂ ਜਾਣ ਦਿੱਤਾ ਗਿਆ। ਇਹੀ ਤਾਂ ਦੁਖਾਂਤ ਹੈ ਇਸ ਟਾਈਮ ਮੁਲਕ ਦਾ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਨੂੰ ਇਸ ਤਰੀਕੇ ਨਾਲ ਗਲਾ ਘੋਟ ਕੇ ਮਾਰ ਦਿੱਤਾ ਜਾਵੇ, ਇਹ ਮੋਦੀ ਤੇ ਯੋਗੀ ਦੇ ਹਿੱਸੇ ਆਉਂਦਾ। ਮੈਂ ਸਮਝਦਾ ਕਿ ਇਹਨਾਂ ਨੂੰ ਦੇਸ਼ ਦੇ ਸ਼ਾਸਕ ਹੋਣ ਦੇ ਨਾਤੇ ਚਾਹੀਦਾ ਤਾਂ ਇਹ ਸੀਗਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੰਤਰੀਸ਼ਿਪਾਂ ਤੋਂ ਇਮੀਡੀਏਟਲੀ ਬਰਖਾਸਤ ਕਰਕੇ ਜੇਲ੍ਹਾਂ ਦੇ ਵਿੱਚ ਡੱਕ ਕੇ ਇਨਸਾਫ ਦਿਵਾਉਣਾ ਚਾਹੀਦਾ ਸੀਗਾ। ਪਰ ਇਸ ਤੋਂ ਇਲਾਵਾ ਜਿਹੜੇ ਲੋਕ ਜਿਹੜੇ ਲੀਡਰ ਉੱਥੇ ਮੱਲਮ ਲਾਉਣ ਵੀ ਜਾ ਰਹੇ ਨੇ, ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗੱਡੀਆਂ ਥੱਲੇ ਕੁਚਲ ਕੇ ਰੱਖ ਦਿੱਤਾ, ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲੈਂਦੇ ਨੇ। ਤੇ ਜੇ ਅਸੀਂ ਇੱਥੇ ਆਮ ਆਦਮੀ ਪਾਰਟੀ ਵੱਲੋਂ ਗਵਰਨਰ ਕੋਲ ਪਹੁੰਚ ਕਰਨੀ ਚਾਹੁੰਦੇ ਹਾਂ ਇਨਸਾਫ ਦੀ ਮੰਗ ਕਰਨ ਦੇ ਲਈ, ਤੇ ਸਾਨੂੰ ਵੀ ਉਹਨਾਂ ਤੱਕ ਪਹੁੰਚਣ ਦੀ ਬਜਾਏ ਰਸਤੇ ਦੇ ਵਿੱਚ ਹੀ ਘੇਰ ਕੇ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ। ਮੈਂ ਸਮਝਦਾ ਕਿ ਡੈਮੋਕ੍ਰੇਸੀ ਅੱਜ ਮੁਲਕ ਦੇ ਵਿੱਚ ਖਤਰੇ ਦੇ ਵਿੱਚ ਹੈ। नरेंद्र मोदी कल उत्थे जाते हैं लखनऊ और कुछ किलोमीटर दूर सीगा 100 किलोमीटर दूरी ते सीगा लखीमपुर खेड़ी। फर्ज नहीं बनता सीगा कि एक प्रधानमंत्री होने के नाते उत्थे पहुँच जाए ते जिस तरीके नाल पहुँच की जा रही है होर आगुओं वालों उत्थे जाके हाल चाल तो पुछदे। देखो यही तो गल असीं कह रहे हैं जी कि एडा इनसैंसिटिव एडा इनह्यूमन प्रधानमंत्री शायद 75 सालों के विच मुल्क ने देखा नहीं होगा। जिहे जिहे प्रधानमंत्री आए ने गल तां करते हैं आम आदमी की, गल तां करते हैं चाय वाले की, गल तां करते हैं आपदे निमन बैकग्राउंड की, पर मैं समझदा कि ਜਿਹੜਾ ਇਨਸਾਨੀਅਤ ਦੇ ਲਈ ਦਿਲ ਧੜਕਦਾ ਹੁੰਦਾ ਹੈ ਕਿਸੇ ਵੀ ਵਿਅਕਤੀ ਦਾ, ਉਹ ਸ਼ਾਇਦ ਦਿਲੀ ਪੱਥਰ ਦਾ ਬਣ ਚੁੱਕਿਆ ਮੋਦੀ ਸਾਹਿਬ ਦਾ, ਜਿਹਦੀ ਵਜ੍ਹਾ ਕਰਕੇ ਨਾ ਤਾਂ ਪਿਛਲੇ 10.5 ਮਹੀਨਿਆਂ ਤੋਂ ਜਿਹੜੇ ਕਿਸਾਨ ਆ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਪ੍ਰੋਟੈਸਟ ਕਰ ਰਹੇ ਨੇ, ਤਕਰੀਬਨ 600 ਦੇ ਕਰੀਬ ਹੁਣ ਤੱਕ ਕਿਸਾਨਾਂ ਦੇ ਜਾਨਾਂ ਨੇ ਜਿਹੜੀਆਂ ਉਹ ਚਲੀਆਂ ਗਈਆਂ, ਤੇ ਨਿੱਤ ਦਿਹਾੜੇ ਅਜਿਹੇ ਇਨਸੀਡੈਂਟ ਨੇ ਜਿਹੜੇ ਉਹ ਹੋ ਰਹੇ ਨੇ। ਕਿਸਾਨਾਂ ਦੇ ਬਿਆਨਾਂ ਨੂੰ ਕਿੱਦਾਂ ਵੇਖਦੇ ਹੈਗੇ? ਅੱਜ ਅਜੇ ਮਿਸ਼ਰਾ ਬਿਆਨ ਦਿੰਦੇ ਆ, ਕਹਿੰਦੇ 2 ਮਿੰਟ ਦੇ ਵਿੱਚ ਮੈਂ ਸਿੱਧੇ ਕਰ ਦੂੰਗਾ। ਕਦੇ ਖੱਟਰ ਕਹਿੰਦੇ ਆ ਕਿ ਲੱਠ ਲੈ ਕੇ ਖੜੇ ਹੋ ਜਾਓ, ਤੇ ਕਦੇ ਕੋਈ ਆਗੂ ਜਿਹੜਾ ਕਹਿ ਦਿੰਦਾ ਕਿ ਦੇਸ਼ ਕੇ ਗੱਦਾਰੋਂ ਕੋ, ਤੇ ਅੱਗੇ ਮੈਂ ਉਹ ਦੱਸਣਾ ਨਹੀਂ ਚਾਹੁੰਦਾ ਕਿ ਉਹ ਇਸ ਤਰੀਕੇ ਦੇ ਬਿਆਨ ਦੇ ਦਿੰਦੇ ਆ ਕੁਰਸੀਆਂ ਦੇ ਉੱਤੇ ਬੈਠੇ ਹੋਏ ਜ਼ਿੰਮੇਵਾਰ ਬੰਦੇ। ਤੇ ਕਿੱਧਰ ਨੂੰ ਜਾ ਰਿਹਾ ਫਿਰ ਸਾਰਾ ਕੁਝ? ਇਹੀ ਤਾਂ ਅਸੀਂ ਕਹਿ ਰਹੇ ਨੇ ਜੀ, ਇਹੀ ਤਾਂ ਚਿੰਤਾ ਦਾ ਵਿਸ਼ਾ ਹੈ। ਜਿਹੜਾ ਸਵਾਲ ਤੁਹਾਡਾ ਹੈ ਮੇਰਾ ਵੀ ਜਵਾਬ ਵੀ ਇਹੀ ਹੈ ਕਿ ਅੱਜ ਦੇਸ਼ ਇਨਸੈਂਸਿਟਿਵ ਵਾਲੇ ਪਾਸੇ, ਇਨਹਿਊਮੈਨਿਟੀ ਵਾਲੇ ਪਾਸੇ ਜਾ ਰਿਹਾ ਹੈ। ਲੀਡਰ ਪੋਲੀਟੀਕਲ ਕਲਾਸ ਜਿਹੜੀ ਕਿ ਆਈਡਲ ਹੋਣੀ ਚਾਹੀਦੀ ਹੈ, ਜਿਹਨੂੰ ਕਿ ਬੜੇ ਸਤਿਕਾਰ ਦੇ ਨਾਲ ਜਨਤਾ ਨੂੰ ਦੇਖਣਾ ਚਾਹੀਦਾ ਹੈ, ਅੱਜ ਉਹ ਅਜਿਹੇ ਬਿਆਨਬਾਜ਼ੀਆਂ ਕਰ ਰਹੇ ਨੇ ਕਿ ਅੱਗ 'ਚ ਤੇਲ ਪਾਉਣ ਵਾਲਾ ਜਿਹੜਾ ਕੰਮ ਹੈ ਉਹ ਕਰ ਰਹੇ ਨੇ। ਜੇ ਇਸ ਤਰੀਕੇ ਦੀ ਨਫ਼ਰਤ ਭਰੀ ਰਾਜਨੀਤੀ ਮੁਲਕ ਦੇ ਵਿੱਚ ਹੋਣ ਲੱਗ ਗਈ, ਤੇ ਮੈਂ ਸਮਝਦਾ ਕਿ ਬਹੁਤ ਵੱਡਾ ਘਾਣ ਹੈ ਜਿਹੜਾ ਉਹ ਮੁਲਕ ਦਾ ਹੋਣ ਜਾ ਰਿਹਾ, ਜਿਹਦੇ ਲਈ ਸਿੱਧੇ ਤੌਰ ਦੇ ਉੱਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹੋਣਗੇ। ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤਾਂ ਦਿੱਤਾ ਗਿਆ ਹੈਗਾ, ਨੌਕਰੀ ਦੀ ਵੀ ਕਹਿੰਦੇ ਕਿ ਮੰਗ ਰੱਖੀ ਗਈ ਸੀ, ਉਹ ਕਬੂਲੀ ਗਈ ਹੈਗੀ ਹੈ, ਲੇਕਿਨ ਇਨਸਾਫ ਕਦੋਂ ਮਿਲੂਗਾ? ਕੀ ਲੱਗਦਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਜਾਂ ਸਿਰਫ ਮੁਆਵਜ਼ੇ ਦੇ ਕੇ ਸਾਰ ਦਿੱਤਾ ਜਾਊਗਾ? ਦੇਖੋ ਭਾਈ ਸਾਹਿਬ, ਗੱਲ ਇਹ ਹੈ ਕਿ ਨੰਬਰ 1 ਤਾਂ ਚਲੋ ਉਹ ਮੁਆਵਜ਼ਾ ਜਾਂ ਫੈਸਲਾ ਜਿਹੜਾ ਹੋਇਆ ਉਹ ਕਿਸਾਨਾਂ ਦੇ ਪਰਿਵਾਰਾਂ ਨੂੰ, ਜਿਨ੍ਹਾਂ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਉਹ ਮਨਜ਼ੂਰ ਹੈ ਨਹੀਂ ਮਨਜ਼ੂਰ, ਇਹ ਤਾਂ ਉਹ ਦੇਖਣ ਜਥੇਬੰਦੀਆਂ ਨੇ ਜਿਹੜੀਆਂ ਜਿਨ੍ਹਾਂ ਨੇ ਇਹ ਫੈਸਲਾ ਕਰਾਇਆ ਉਹ ਦੇਖਣ। ਪਰ ਅਸੀਂ ਇੰਨਾ ਕਹਿੰਦੇ ਆ
ਕਿ ਵਿਅਕਤੀ ਦੀ ਇਨਸਾਨ ਦੀ ਜਾਨ ਦਾ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ। ਉਹਨਾਂ ਨੂੰ ਤੁਸੀਂ ਪੈਸਿਆਂ ਨਾਲ ਤੇ ਨੌਕਰੀਆਂ ਦੇ ਕੇ ਤੁਸੀਂ ਉਸ ਜਾਨ ਨੂੰ ਨਹੀਂ ਖਰੀਦ ਸਕਦੇ ਹੈਗੇ। ਜੇ ਇਸ ਤਰੀਕੇ ਜਾਨਾਂ ਦਾ ਮੁੱਲ ਪੈਣ ਲੱਗ ਗਿਆ, ਇਹਦਾ ਮਤਲਬ ਤਾਂ ਹੁਣ ਇਹ ਜਿਹੜਾ ਦੁਬਈ ਦੇ ਵਿੱਚ UAE ਦੇ ਵਿੱਚ ਹੁੰਦਾ ਹੈ ਕਿ ਜੀ ਜੇ ਕਤਲ ਹੋ ਗਿਆ ਤੇ ਬਲੱਡ ਮਨੀ ਦੇ ਪੈਸੇ ਦਿਓ ਤੇ ਨਿਬੇੜ ਦਿਓ। ਕੱਲ ਨੂੰ ਕੋਈ ਹੋਰ ਆ ਕੇ ਕਹੂਗਾ ਕਿ ਜੀ ਇਸ ਮੰਤਰੀ ਨੇ ਜਾਂ ਇਸ ਮੰਤਰੀ ਦੇ ਮੁੰਡੇ ਨੇ ਮੇਰੇ ਬੱਚੇ ਨੂੰ ਮਾਰਿਆ, ਮੈਂ ਇੰਨੇ ਪੈਸੇ ਦਿੰਨਾ ਤੇ ਤੁਸੀਂ ਮੈਨੂੰ ਇਹਨੂੰ ਮੰਤਰੀ ਨੂੰ ਜਾਂ ਇਹਦੇ ਮੁੰਡੇ ਨੂੰ ਮਾਰਨ ਦੀ ਇਜਾਜ਼ਤ ਦੇ ਦਿਓ। ਕਿ ਇਸ ਪਾਸੇ ਵੱਲ ਦੇਸ਼ ਜਾ ਰਿਹਾ ਹੈ? ਮੈਂ ਸਮਝਦਾ ਕਿ ਇਹ ਬਹੁਤ ਚਲੋ ਠੀਕ ਹੈ ਕਿ ਜੇ ਕੋਈ ਜ਼ਰੂਰਤਮੰਦ ਲੋੜਵੰਦ ਪਰਿਵਾਰ ਹੈ ਉਹਨੂੰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ। ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਨੇ ਉਹ ਕਤਲੇਆਮ ਕੀਤਾ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਕੇ ਕੁਰ ਕਰਕੇ ਦੇਣਾ ਚਾਹੀਦਾ ਹੈ। ਉਸ ਤੋਂ ਇਲਾਵਾ ਜਿਹੜਾ ਜੇ ਆਪਾਂ ਕਹੀਏ ਵੀ ਪੈਸਿਆਂ ਨਾਲ ਜਾਂ ਨੌਕਰੀਆਂ ਨਾਲ ਇਨਸਾਫ ਮਿਲ ਜੂਗਾ, ਇਨਸਾਫ ਤਾਂ ਜਦੋਂ ਤੱਕ ਕਾਤਲਾਂ ਨੂੰ ਉਹਨਾਂ ਦੇ ਅੰਜਾਮ ਤੱਕ ਨਹੀਂ ਪਹੁੰਚਾ ਦਿੱਤਾ ਜਾਂਦਾ, ਸਖਤ ਤੋਂ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਹੈਗੀ, ਉਦੋਂ ਤੱਕ ਕੋਈ ਇਨਸਾਫ ਨਹੀਂ, ਕੋਈ ਜ਼ਖਮਾਂ ਤੇ ਮੱਲਮ ਨਹੀਂ ਹੈਗਾ। ਇਸ ਵਕਤ ਜਿਸ ਤਰੀਕੇ ਨਾਲ ਕੁਲਤਾਰ ਸਿੰਘ ਸੰਧਵਾ ਨੂੰ ਵੀ ਰੋਕਿਆ ਗਿਆ ਸੀਗਾ, ਇਹ ਕਿਹਾ ਜਾ ਰਿਹਾ ਹੈਗਾ ਯੂਪੀ ਸਰਕਾਰ ਵੱਲੋਂ ਕਿ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੀ ਪਾਰਟੀ ਵੱਲੋਂ, ਤਾਂ ਰੁਕ ਕੀਤਾ ਗਿਆ ਇਸ ਇੰਸੀਡੈਂਟ ਦੇ ਜਾਂ ਲਖੀਮਪੁਰ ਖੇੜੀ ਜਾਣ ਦਾ। ਕੀ ਰੁਖ ਹੈ ਤੁਹਾਡਾ ਇਸ ਤੇ? ਸਿਆਸੀ ਲਾਹਾ ਲੈਣ ਦਾ ਮੌਕਾ ਯੂਪੀ ਸਰਕਾਰ, ਮੋਦੀ ਜਾਂ ਯੋਗੀ ਸਰਕਾਰ ਦਿੰਦੀ ਕਿਉਂ ਹੈ ਜੀ? ਤੁਸੀਂ ਜੇ ਤਾਂ ਹੋਵੇ, ਵੈਸੇ ਚਲੋ ਪਹਿਲਾਂ ਹੋ ਸਕਦਾ ਕਿਸੇ ਨੂੰ ਕੋਈ ਡਾਊਟ ਹੁੰਦਾ, ਪਰ ਜਦੋਂ ਦੀ ਕੱਲ੍ਹ ਦੀ ਵੀਡੀਓ ਸਰਫੇਸ ਹੋਈ ਹੈ ਕਿ ਕਿਸਾਨ ਬੜੇ ਪੀਸਫੁਲ ਤਰੀਕੇ ਨਾਲ ਜਾ ਰਹੇ ਨੇ ਤੇ ਪਿੱਛੋਂ ਆ ਕੇ ਉਹਨਾਂ ਨੂੰ ਦਰੜ ਦਿੱਤਾ ਜਾਂਦਾ ਹੈ। ਕਿਸੇ ਨੇ ਕੋਈ ਡੰਡਾ ਵੱਟਾ ਕੋਈ ਰੋਕਣ ਦੀ ਕੋਸ਼ਿਸ਼ ਉਹਨਾਂ ਗੱਡੀਆਂ ਨਾਲ ਕੀਤੀ ਨਹੀਂ ਹੈਗੀ, ਤੇ ਫਿਰ ਇਹਨੂੰ ਕਤਲੇਆਮ ਕਹੋਗੇ ਤੁਸੀਂ? ਤੇ ਹੋਰ ਕੀ ਹੈ ਇਹ ਮੌਕਾ ਯੋਗੀ ਸਾਹਿਬ ਤੇ ਮੋਦੀ ਸਾਹਿਬ, ਉਹਨਾਂ ਦੇ ਜਿਹੜੇ ਸੱਤਾ ਦੇ ਨਸ਼ੇ ਦੇ ਵਿੱਚ ਹੰਕਾਰੇ ਹੋਏ ਲੀਡਰ ਤੇ ਵਰਕਰ ਤੇ ਮੰਤਰੀ ਨੇ, ਇਹ ਉਹ ਦੇ ਰਹੇ ਨੇ। ਜਿੱਥੇ ਤੱਕ ਰਾਜਨੀਤੀ ਦੀ ਗੱਲ ਹੈ, ਜੇ ਉਹ ਇਹ ਕਹਿੰਦੇ ਨੇ ਵੀ ਕਿਸੇ ਗਰੀਬ ਦੇ, ਕਿਸੇ ਲੋੜਵੰਦ ਦੇ, ਕਿਸੇ ਅਜਿਹੇ ਵਿਅਕਤੀ ਦੇ ਜਿਨ੍ਹਾਂ ਦੇ ਬੱਚਿਆਂ ਦਾ ਕਤਲੇਆਮ ਹੋ ਗਿਆ ਹੋਵੇ, ਜੇ ਉਹਨਾਂ ਦੇ ਜ਼ਖਮਾਂ ਦੇ ਉੱਪਰ ਮੱਲਮ ਲਾਉਣ ਨੂੰ ਯੂਪੀ ਦੀ ਯੋਗੀ ਸਰਕਾਰ ਰਾਜਨੀਤੀ ਸਿਆਸਤ ਕਰਨਾ ਕਹਿੰਦੀ ਹੈ, ਤੇ ਅਸੀਂ ਤਾਂ ਭਾਈ ਇਹੋ ਜਿਹੀ ਰਾਜਨੀਤੀ ਹਮੇਸ਼ਾ ਹੀ ਕਰਾਂਗੇ, ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੇ ਦੁੱਖਾਂ ਦਰਦਾਂ ਦੇ ਵਿੱਚੋਂ ਨਿਕਲ ਕੇ ਆਈ ਹੈ, ਤੇ ਉਹਨਾਂ ਦੇ ਦੁੱਖਾਂ ਦਰਦਾਂ ਦੇ ਵਿੱਚ ਦੇਸ਼ ਦੇ ਵਿੱਚ ਜਿੱਥੇ ਵੀ ਅਤਿਆਚਾਰ ਹੋਊਗਾ ਅਸੀਂ ਤਾਂ ਜਾ ਕੇ ਉੱਥੇ ਖੜਾਂਗੇ। ਅਮਨ ਜੀ, ਕਿੱਦਾਂ ਵੇਖਦੇ ਹੈਗੇ ਹੋ? ਅਜੇ ਮਿਸ਼ਰਾ ਇਹ ਕਹਿੰਦੇ ਆ ਕਿ ਇਨਕੁਆਇਰੀ ਬਿਠਾ ਦਿੱਤੀ ਗਈ ਹੈ, ਰਿਟਾਇਰ ਜੱਜ ਹੁਣ ਹਾਈ ਕੋਰਟ ਦੇ ਇਨਕੁਆਇਰੀ ਕਰਨਗੇ, ਪਰ ਕੀ ਲੱਗਦਾ ਹੈਗਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪਦ ਦੇ ਉੱਤੇ ਹੈਗੇ ਆ ਕਿ ਇੱਕ ਜਿਹੜੀ ਨਿਰਪੱਖ ਜਾਂਚ ਹੈਗੀ ਹੈ ਇਹ ਹੋ ਸਕੂਗੀ ਜੇ ਜਦੋਂ ਤੱਕ ਕੁਰਸੀ ਦੇ ਉੱਤੇ ਰਹਿੰਦੇ ਆ? ਤੁਹਾਡੀ ਮੰਗ ਹੈ ਕਿ ਬਰਖਾਸਤ ਹੋਣੇ ਚਾਹੀਦੇ? ਜਿਹੜਾ ਆਪ ਦੋਸ਼ੀ ਹੈ, ਜਿਹੜਾ ਆਪ ਕਾਤਲ ਹੈ, ਉਹੀ ਜੱਜ, ਉਹੀ ਫੈਸਲੇ ਸੁਣਾ ਰਿਹਾ ਹੈ, ਉਹੀ ਜੁਡੀਸ਼ੀਅਲ ਇਨਕੁਆਇਰੀਆਂ ਦੀ ਗੱਲ ਕਰ ਰਿਹਾ। ਕੀ ਇਹ ਸੰਭਵ ਹੈਗਾ? ਅੱਜ ਤੱਕ ਤੁਸੀਂ ਭਾਈ ਸਾਹਿਬ ਬੜੇ ਸੀਨੀਅਰ ਔਰ ਸੁਲਝੇ ਰਿਪੋਰਟਰ ਹੋ, ਤੁਸੀਂ ਅੱਜ ਤੱਕ ਮੁਲਕ ਦਾ ਇਤਿਹਾਸ ਕੱਢ ਕੇ ਦੇਖ ਲਓ, ਕਿੰਨੀਆਂ ਕੁ ਇਨਕੁਆਇਰੀਆਂ ਤੇ ਸਿੱਟਾਂ ਦੇ ਵਿੱਚ ਜਿਹੜਾ ਇਨਸਾਫ ਹੈ ਉਹ ਦਿੱਤਾ ਗਿਆ ਹੈ। ਤੇ ਹੁਣ ਉਹ ਸਰਕਾਰ ਵੀ ਜਿੱਥੇ ਕੇਂਦਰ ਦੇ ਵਿੱਚ ਵੀ ਤੁਹਾਡੀ ਸਰਕਾਰ ਤੇ ਯੂਪੀ ਦੇ ਵਿੱਚ ਵੀ ਤੁਹਾਡੀ ਸਰਕਾਰ, ਤੁਸੀਂ ਆਪ ਮਿਨਿਸਟਰ ਹੋਮ ਅਫੇਅਰਸ, ਤੇ ਇਨਸਾਫ ਦੀ ਕੌਣ ਉਮੀਦ ਕਰੂਗਾ ਜੀ? ਸੋ ਇਸ ਕਰਕੇ ਤਾਂ ਐਵੇਂ ਲੋਕਾਂ ਦੀ ਅੱਖਾਂ ਦੇ ਵਿੱਚ ਘੱਟਾ ਪਾ ਕੇ ਛੁਰਾ ਮਾਰਨ ਵਾਲੀ ਗੱਲ ਹੈ, ਉਹਨਾਂ ਦੀ ਪਿੱਠ 'ਤੇ ਹੋਰ ਕੁਝ ਨਹੀਂ ਹੈਗਾ। ਠੀਕ ਹੈ, ਅਗਲਾ ਪ੍ਰੋਗਰਾਮ ਕੀ ਹੋਊਗਾ ਫਿਰ ਆਪਦਾ? ਅੱਜ ਮੈਮੋਰੈਂਡਮ ਵੈਸੇ ਤੁਸੀਂ ਦੇ ਆਏ ਹੋ ਕਿ ਪਹਿਲਾਂ ਹੀ ਗ੍ਰਿਫਤਾਰ? ਨਹੀਂ, ਸਾਨੂੰ ਤਾਂ ਉੱਥੇ ਤੱਕ ਜਾਣ ਹੀ ਨਹੀਂ ਦਿੱਤਾ ਗਿਆ ਜੀ। ਅਸੀਂ ਤਾਂ ਬੜੇ ਪੀਸਫੁਲ ਤਰੀਕੇ ਦੇ ਨਾਲ ਮੰਗ ਹੈ ਜਿਹੜੀ ਪੰਜਾਬ ਦੇ ਲੱਖਾਂ ਕਰੋੜਾਂ ਲੋਕਾਂ ਦੇ ਦਿਲ ਦੀ ਆਵਾਜ਼ ਸੀ, ਜਿਹੜੀ ਮੰਗ ਸੀ, ਉਹ ਗਵਰਨਰ ਤੱਕ ਪਹੁੰਚਾਉਣ ਚੱਲੇ ਸੀਗੇ ਬੜੇ ਪੀਸਫੁਲ ਤਰੀਕੇ ਦੇ ਨਾਲ। ਪਰ ਹੱਦ ਤਾਂ ਇਸ ਗੱਲ ਦੀ ਹੈ ਕਿ ਸਰਕਾਰ ਤੇ ਸਰਕਾਰ ਦੇ ਨੁਮਾਇੰਦੇ ਉਹ ਕਹਿੰਦੇ ਨੇ ਵੀ ਅਸੀਂ ਤਾਂ ਸੁਣਨਾ ਵੀ ਨਹੀਂ ਹੈ। ਇਹ ਕਿੱਥੋਂ ਤੱਕ ਦੀ ਜਾਇਜ਼ ਗੱਲ ਹੈ? ਪਰ ਕੋਈ ਗੱਲ ਨਹੀਂ, ਚਲੋ ਉਹ ਕਹਿੰਦੇ ਨੇ ਵੀ ਪਾਪ ਦਾ ਘੜਾ ਕਦੇ ਨਾ ਕਦੇ ਭਰੀ ਜਾਂਦਾ ਹੁੰਦਾ, ਇਹਨਾਂ ਦੇ ਪਾਪਾਂ ਦਾ ਘੜਾ ਭਰਨ ਦੇ ਵਿੱਚ ਹੁਣ ਬਹੁਤਾ ਲੰਮਾ ਸਮਾਂ ਰਹਿ ਨਹੀਂ ਗਿਆ। ਅੱਜ ਇੱਕ ਹੋਰ ਤੁਹਾਨੂੰ ਦੱਸਦਾ, ਸ਼ਾਇਦ ਤੁਹਾਨੂੰ ਇਹ ਪਤਾ ਲੱਗ ਹੀ ਗਿਆ ਹੋਣਾ, ਤੁਹਾਡਾ ਇੱਕ ਵਰਕਰ ਜਿਹੜਾ ਹੈਗਾ ਇੰਜਰਡ ਹੋ ਗਿਆ, ਅੱਖ ਦੇ ਵਿੱਚ ਚੋਟ ਲੱਗੀ ਸੀਗੀ, ਤੇ ਬਹੁਤ ਦੇਰ ਤੱਕ ਪੁਕਾਰ ਕਰਦੇ ਰਹੇ ਤੁਹਾਡੇ ਵਰਕਰ ਕਿ ਬੈਰੀਕੇਡਿੰਗ ਖੋਲੀ ਜਾਵੇ, ਪਰ ਬੈਰੀਕੇਡਿੰਗ ਖੋਲੀ ਨਹੀਂ ਗਈ। ਉਹ ਕਹਿੰਦੇ ਕਿ ਗੱਡੀ ਅੰਦਰ ਅਸੀਂ ਲਿਜਾਣੀ ਹੈਗੀ, ਅੰਦਰ ਤੋਂ ਗੱਡੀ ਬਾਹਰ ਲਿਜਾਣੀ ਹੈ, ਇੱਕ ਵਰਕਰ ਦੇ ਲਈ ਸਿਰਫ ਬੈਰੀਕੇਡਿੰਗ ਇੱਕ ਵਰਕਰ ਦੇ ਲਈ ਤੁਸੀਂ ਖੋਲ੍ਹ ਦਿਓ, ਪਰ ਬਹੁਤ ਦੇਰ ਤੱਕ ਪੁਲਿਸ ਨੇ ਉਹ ਬੈਰੀਕੇਡਿੰਗ ਵੀ ਨਹੀਂ ਖੋਲੀ ਸੀਗੀ। ਤੇ ਹੁਣ ਮੈਂ ਦੇਖ ਕੇ ਆਇਆ ਕਿ ਸ਼ਾਇਦ ਹੁਣ ਜਿਹੜਾ ਹੈਗਾ ਪੁਲਿਸ ਵਾਲਿਆਂ ਨੂੰ ਪੁੱਛ ਕੇ ਆਇਆ, ਕਹਿੰਦੇ ਹੁਣ ਲੈ ਕੇ ਗਏ ਹੈਗੇ ਆ। ਤੁਹਾਡੇ ਵਰਕਰ ਚੀਕ ਪੁਕਾਰ ਕਰਦੇ ਰਹੇ, ਇਹਦੇ ਉੱਤੇ ਕੀ ਕਹੋਗੇ? ਦੇਖੋ, ਗੱਲ ਤਾਂ ਉਹੀ ਹੈ ਨਾ ਜੀ ਕਿ ਇਨਹਿਊਮਨ ਸਰਕਾਰ, ਇੱਕ ਇਨਹਿਊਮਨ ਸਰਕਾਰ ਚਲਾਉਣ ਵਾਲੇ, ਤੇ ਇਨਹਿਊਮਨ ਹੀ ਉਹਨਾਂ ਦੇ ਨੀਚੇ ਜਿਹੜੇ ਪ੍ਰਸ਼ਾਸਕ ਤੇ ਸ਼ਾਸਕ ਨੇ, ਉਹਨਾਂ ਦੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ, ਉਹ ਵੀ ਇਨਹਿਊਮਨ ਆ। ਪੀਸਫੁਲ ਪ੍ਰੋਟੈਸਟ ਕਰਨਾ ਰਾਈਟ, ਸਾਡਾ ਰਾਈਟ ਹੈ।
ਡੈਮੋਕ੍ਰੇਸੀ ਨੇ ਸਾਨੂੰ ਇਹ ਰਾਈਟ ਦਿੱਤਾ ਹੈ ਤੇ ਇੱਥੇ ਐਮਐਲਏ ਹੋਸਟਲ ਦੇ ਵਿੱਚ ਹੀ ਡੱਕ ਦਿੰਦੇ ਨੇ, ਬਾਹਰ ਉੱਥੋਂ ਨਿਕਲ ਨਹੀਂ ਦਿੰਦੇ ਹੈਗੇ ਤੇ ਸੱਟਾਂ ਇਸ ਤਰੀਕੇ ਦੇ ਨਾਲ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਇਹਨਾਂ ਨੇ ਇਹੀ ਕੀਤਾ ਸੀਗਾ, ਚੰਡੀਗੜ੍ਹ ਪੁਲਿਸ ਐਡਮਿਨਿਸਟ੍ਰੇਸ਼ਨ ਨੇ, ਤੇ ਇਹਦੇ ਵਿੱਚ ਵੀ ਪਰ ਚਲੋ ਕੋਈ ਗੱਲ ਨਹੀਂ। ਜਿਵੇਂ ਮੈਂ ਪਹਿਲਾਂ ਕਿਹਾ ਕਿ ਪਾਪਾਂ ਦਾ ਘੜਾ ਜਿਹੜਾ ਉਹ ਬੜੀ ਛੇਤੀ ਭਰਨ ਵਾਲਾ ਹੈ, ਪਰ ਸਾਡੀ ਲੜਾਈ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਦੋਜਹਿਦ ਹੈ ਉਹ ਇਹਨਾਂ ਧੱਕੇਸ਼ਾਹੀਆਂ ਦੇ ਖਿਲਾਫ ਚੱਲਦੀ ਰਹੀ ਸੀ, ਚੱਲਦੀ ਰਹੀ ਹੈ ਤੇ ਚੱਲਦੀ ਹੀ ਰਹੂਗੀ। ਠੀਕ ਹੈ, ਬਹੁਤ ਬਹੁਤ ਧੰਨਵਾਦ। ਫਿਲਹਾਲ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਚੰਡੀਗੜ੍ਹ ਦੇ ਪੁਲਿਸ ਸਟੇਸ਼ਨ ਸੈਕਟਰ 3 ਦੀਆਂ, ਜਿੱਥੇ ਕਿ ਇਸ ਵਕਤ ਜਿਹੜੇ ਆਗੂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਅਰੈਸਟ ਕਰਕੇ ਪੁਲਿਸ ਲੈ ਗਈ ਹੈ। ਇਸ ਵਕਤ ਇਹਤਿਆਤ ਦੇ ਤੌਰ ਦੇ ਉੱਤੇ ਇਹਨਾਂ ਨੇ ਪੁਲਿਸ ਨੇ ਇਹਨਾਂ ਨੂੰ ਅਰੈਸਟ ਕੀਤਾ ਹੈਗਾ। ਇਸ ਵਕਤ ਤਹੀਆ ਕੀਤਾ ਗਿਆ ਸੀਗਾ ਕਿ ਗਵਰਨਰ ਨੂੰ ਮੈਮੋਰੈਂਡਮ ਸੌਂਪਣਾ ਹੈਗਾ। ਲਖੀਮਪੁਰ ਕਾਂਡ ਨੂੰ ਲੈ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਿਰਫ ਮੁਆਵਜ਼ੇ ਦੇ ਕੇ ਸਰਕਾਰ ਆਪਣਾ ਪੱਲਾ ਨਹੀਂ ਝਾੜ ਸਕਦੀ ਜਦੋਂ ਤੱਕ ਜਿਹੜੇ ਦੋਸ਼ੀ ਨੇ ਉਹ ਸਲਾਖਾਂ ਦੇ ਪਿੱਛੇ ਉਹਨਾਂ ਨੂੰ ਸਰਕਾਰ ਨਹੀਂ ਤੱਕਦੀ। ਪਰ ਵੇਖਣ ਵਿੱਚ ਇਹ ਆ ਰਿਹਾ ਹੈ ਵੀ ਜਿਹੜੇ ਪ੍ਰੋਟੈਸਟ ਕਰ ਰਹੇ ਹੈ ਉਹਨਾਂ ਨੂੰ ਤਾਂ ਥਾਣਿਆਂ ਦੇ ਵਿੱਚ ਲੈ ਕੇ ਆਂਦਾ ਜਾ ਰਿਹਾ ਹੈਗਾ, ਪਰ ਜਿਹੜੇ ਦੋਸ਼ੀ ਨੇ ਉਹ ਹਲੇ ਵੀ ਆਜ਼ਾਦ ਘੁੰਮ ਰਹੇ ਨੇ।